ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਸਿੱਖ ਕੌਮ ਦੀ ਜੇ ਗੱਲ ਕੀਤੀ ਜਾਵੇ ਤਾਂ ਸਿੱਖ ਕੌਮ ਦਾ ਬਹੁਤ ਅਮੀਰ ਇਤਿਹਾਸ ਹੈ, ਬਹੁਤ ਅਮੀਰ ਪਿਛੋਕੜ ਹੈ ਅਤੇ ਗੁਰਮੁਖੀ ਲਿਪੀ ਦੀ ਅਗਰ ਗੱਲ ਕੀਤੀ ਜਾਵੇ ਤਾਂ ਗੁਰਮੁਖੀ ਭਾਸ਼ਾ ਵੀ ਸਭ ਤੋਂ ਅਮੀਰ ਭਾਸ਼ਾਵਾਂ ਵਿੱਚ ਗਿਣੀ ਜਾਂਦੀ ਹੈ। ਗੁਰਮੁਖੀ ਲਿਪੀ ਸਭ ਤੋਂ ਅਮੀਰ ਕਿਉਂ ਹੈ? ਆਖਿਰ ਕੀ ਇਸ 'ਚ ਅਜਿਹਾ ਵਿਸ਼ੇਸ਼ ਹੈ ਜੋ ਕਿਸੇ ਵੀ ਹੋਰ ਦੂਸਰੀ ਭਾਸ਼ਾ ਜਾਂ ਕਿਸੇ ਵੀ ਹੋਰ ਦੂਸਰੀ ਲਿਪੀ ਵਿੱਚ ਸਾਨੂੰ ਨਹੀਂ ਮਿਲਦਾ? 40 ਅੱਖਰਾਂ ਦੇ ਨਾਲ ਇਸ ਨੂੰ 52 ਅੱਖਰੀ ਕਿਉਂ ਕਿਹਾ ਜਾਂਦਾ ਹੈ? ਆਖਿਰ ਇਸ ਦਾ ਉਚਾਰਨ ਇੰਨਾ ਸ਼ੁੱਧ ਕਿੱਦਾਂ ਹੈ? ਸੰਖੇਪ ਵਿੱਚ ਸਾਨੂੰ ਸਮਝਾ ਰਹੇ ਨੇ ਪ੍ਰੋਫੈਸਰ ਦਰਸ਼ਨ ਸਿੰਘ। ਸਮਝਾਇਆ ਹੈ। ਹਾਲਾਂਕਿ ਅਜੀਬ ਘਟਨਾ ਇਹ ਹੈ ਕਿ 450-500 ਵਾਰ ਪਹਿਲਾਂ ਦੀ ਬਾਣੀ ਹੈ। ਉਹਨਾਂ ਦਿਨਾਂ ਅੰਦਰ ਵਿਦਿਅਕ ਸਾਧਨ ਕੋਈ ਨਹੀਂ ਸੀ, ਕੋਈ ਸਕੂਲ ਨਹੀਂ ਸੀ, ਕੋਈ ਕਾਲਜ ਨਹੀਂ ਸੀ, ਕੋਈ ਉਸਤਾਦ ਨਹੀਂ ਸੀ। ਲੋਕ ਕਹਿੰਦੇ ਨੇ ਵੀ ਉਸ ਟਾਈਮ ਤੇ ਜੇ ਕਿਤੋਂ ਕੋਈ ਚਿੱਠੀ ਵੀ ਆ ਜਾਂਦੀ ਸੀ ਤੇ ਕਈ 5 ਪਿੰਡ ਫਿਰ ਕੇ ਕਿਸੇ ਕੋਲ ਪੜ੍ਹਾਉਣੀ ਪੈਂਦੀ ਸੀ, ਪੜ੍ਹਿਆ ਲਿਖਿਆ ਕੋਈ ਨਹੀਂ ਸੀ। ਇਹਦਾ ਮਤਲਬ ਵਿਦਿਆ ਦਾ ਉਸ ਵੇਲੇ ਕੋਈ ਸਾਧਨ ਜਾਂ ਵਿਚਾਰ ਵੀ ਨਹੀਂ ਸੀ, ਉਪਰਾਲਾ ਵੀ ਨਹੀਂ ਸੀ। ਪਰ ਜਦੋਂ ਵਿਦਿਆ ਦੀ ਇੰਨੀ ਅਣਹੋਂਦ ਹੋਵੇ ਮਨੁੱਖੀ ਸੋਚ ਵਿੱਚੋਂ ਤੇ ਉਹਦੀ ਲੋੜ ਵੀ ਪ੍ਰਤੀਤ ਨਾ ਹੋਵੇ, ਉਸ ਸਮੇਂ ਤੇ ਗੁਰੂ ਨਾਨਕ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਵਿਦਿਆ ਦੀ ਗੱਲ ਕਰੀ ਤਾਂ ਇਹ ਖਾਸ ਮਹੱਤਤਾ ਰੱਖਦੀ। ਉਸ ਟਾਈਮ ਤੇ ਗੱਲ ਕੀਤੀ ਹੋਈ ਹੈ। ਪਰ ਫਿਰ ਇਹ ਨਹੀਂ ਕਿ ਵਿਦਿਆ ਦੇ ਇੱਕ ਪਹਿਲੂ ਨੂੰ ਕਹਿ ਕੇ ਛੱਡ ਦਿੱਤਾ ਵੀ ਵਿਦਿਆ ਦੀ ਲੋੜ ਹੈ। ਵਿਦਿਆ ਦੇ ਹਰ ਪਹਿਲੂ ਨੂੰ ਛੋਇਆ ਔਰ ਜਦੋਂ ਮੁਕਾਬਲਤਨ ਅਸੀਂ ਦੋਨੋਂ ਪਹਿਲੂ ਦੇਖਦੇ ਹਾਂ ਤੇ ਹੈਰਾਨ ਹੁੰਦੇ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪੱਟੀ ਜਿਹੜੀ ਹੈ ਉਹ 2 ਥਾਵਾਂ ਤੇ 2 ਬਾਣੀਆਂ। ਗੁਰੂ ਨਾਨਕ ਸਾਹਿਬ ਨੇ ਵੀ ਪੱਟੀ ਲਿਖੀ, ਉਹਦੇ ਨਾਲ ਲਿਖਿਆ ਹੋਇਆ ਹੈ ਪੱਟੀ ਲਿਖੀ। ਗੁਰੂ ਅਮਰਦਾਸ ਸਾਹਿਬ ਦੀ ਵੀ ਪੱਟੀ ਹੈ, ਉੱਥੇ ਇਕੱਲਾ ਪੱਟੀ ਲਫ਼ਜ਼ ਹੈ, ਲਿਖੀ ਦਾ ਲਫ਼ਜ਼ ਨਹੀਂ। 2 ਥਾਵਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਪੱਟੀ ਦਾ ਲਫ਼ਜ਼ ਹੋਣਾ, ਕਿਉਂਕਿ ਉਸ ਟਾਈਮ ਤੇ ਪੜ੍ਹਾਈ ਦਾ ਆਰੰਭ ਹੀ ਪੱਟੀ ਤੋਂ ਕੀਤਾ ਸੀ। ਹੁਣ ਵਾਲੇ ਸਾਧਨ ਨਹੀਂ ਸਨ, ਪੈਨਸਲਾਂ ਦੇ, ਪੈਨਾਂ ਦੇ, ਕਾਪੀਆਂ ਦੇ ਪੱਟੀ ਲਿਖਦੇ ਸਨ ਲੋਕ। ਈਵਨ ਇੱਥੋਂ ਤੱਕ ਕਿ ਭਗਤ ਨੇ ਵੀ ਜਦੋਂ ਨਾਂ ਲਿਆ ਪੱਟੀ ਦਾ ਲਿਖ ਰਿਹਾ, ਮੋਕੋ ਕਹਾਂ ਪੜਾਵਸ ਆਲ ਜਾਲ, ਮੇਰੀ ਪੱਟੀਆਂ ਲਿਖਦੇ ਹੋ ਸ੍ਰੀ ਗੋਪਾਲ। ਪੱਟੀ ਦੀ ਗੱਲ ਕੀਤੀ ਹੈ। ਈਵਨ ਇਸ ਪੱਖ ਨੂੰ ਦੇਖ ਕੇ ਜਦੋਂ ਮੈਂ ਗਹਿਰਾਈ ਵਿੱਚ ਜਾਣਾ ਤੇ ਹੈਰਾਨ ਹੁੰਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ 2 ਵਾਰ 52 ਅੱਖਰੀ ਸਿੱਧਾ ਸੰਬੰਧ ਵਿਦਿਅਕ ਦਾਇਰੇ ਨਾਲ ਰੱਖਦਾ ਹੈ। 52 ਅੱਖਰੀ ਲਫ਼ਜ਼ ਦੇ ਨੇ। ਇੱਕ 52 ਅੱਖਰੀ ਗੁਰੂ ਅਰਜਨ ਪਾਤਸ਼ਾਹ ਜੀ ਦੀ, ਜਿਹੜੀ ਤੁਸੀਂ ਸੁਖਮਨੀ ਸਾਹਿਬ ਦੇ ਨਾਲ ਲਿਖੀ ਬਾਣੀ। ਇੱਕ 52 ਅੱਖਰੀ ਬਾਬਾ ਕਬੀਰ ਜੀ ਦੀ ਹੈ। 2 52 ਅੱਖਰੀਆਂ ਸੀ ਗੁਰੂ ਗ੍ਰੰਥ ਸਾਹਿਬ ਜੀ। ਉਹ ਵੀ ਇਹ ਗੱਲ ਸਾਬਤ ਕਰਦੀਆਂ ਨੇ ਕਿ ਗੁਰੂ ਨੇ ਵਿਦਿਅਕ ਸਬਜੈਕਟ ਵੱਲ ਕਿੰਨਾ ਧਿਆਨ। 52 ਦਾ ਮਤਲਬ ਹੀ 52 ਅੱਖਰ ਨੇ। 52 ਦਾ ਮਤਲਬ ਹੁੰਦਾ 52। 52 ਅੱਖਰੀ 52 ਅੱਖਰ। ਅਸੀਂ ਕਈ ਵਾਰ ਇਹ ਵੀ ਹੈਰਾਨ ਹੁੰਦੇ ਹਾਂ ਕਿ ਵੱਖ-ਵੱਖ ਭਾਸ਼ਾਵਾਂ ਦੇ ਵੱਖ-ਵੱਖ ਲਿਪੀਆਂ ਦੇ ਅੱਖਰ ਗਿਣਤੀ ਵਿੱਚ ਵੱਖ-ਵੱਖ, ਜਿਵੇਂ ਇੰਗਲਿਸ਼ ਵਿੱਚ 26 ਅੱਖਰ ਨੇ। ਉਹਨਾਂ 26 ਅੱਖਰਾਂ ਨੂੰ ਹੇਰ-ਫੇਰ ਕਰਕੇ ਇੱਕ ਦੂਜੇ ਨਾਲ ਜੋੜ ਕੇ ਅਗਾਂਹ ਅੱਖਰ ਬਣਾਏ ਜਾਂਦੇ। CH ਚੱਚਾ ਹੋ ਗਿਆ, CH ਛੱਛਾ ਹੋ ਗਿਆ, ਜਿਵੇਂ ਭਾਵ ਜੋੜ ਕੇ ਬਣਾਏ ਜਾਂਦੇ। ਇੱਕ ਦੂਜੇ ਕੋਲ ਉਦਾਹਰਨ ਲੈ ਕੇ ਦੂਜੇ ਦੀ ਮਦਦ ਨਾਲ ਕੋਈ ਕੰਮ ਕਰਨਾ। ਤੇ ਮਦਦ ਹਮੇਸ਼ਾ ਉਹ ਮੰਗਦਾ ਜਿਹੜਾ ਆਪ ਕਮਜ਼ੋਰ ਹੋ। ਮਦਦ ਦੀ ਲੋੜ ਉਹਨੂੰ ਹੁੰਦੀ ਹੈ ਜਿਹੜਾ ਆਪ ਕਮਜ਼ੋਰ ਹੋ। 26 ਨੇ। ਪਰ ਪੰਜਾਬੀ ਨੂੰ ਗੁਰੂ ਸਾਹਿਬ ਨੇ ਗੁਰਮੁਖੀ ਲਿਪੀ ਨੂੰ ਕਿਉਂ ਮਹਾਨਤਾ ਦਿੱਤੀ? ਕਿਉਂਕਿ ਗੁਰਮੁਖੀ ਲਿਪੀ ਕਮਜ਼ੋਰ ਜਾਂ ਜੇ ਆਖੀਏ ਗਰੀਬ ਨਹੀਂ,
ਇਹਦੇ ਵਿੱਚ ਹਰ ਇੱਕ ਉਚਾਰਨ ਜਿਹੜਾ ਹੈ, ਭਾਵੇਂ ਛੱਛਾ ਕਹਿਣਾ ਭਾਵੇਂ ਚੱਚਾ ਕਹਿਣਾ, ਬਿਲਕੁਲ ਵੱਖਰਾ ਅੱਖਰ ਹੈ, ਦੂਜੇ ਦੀ ਮਦਦ ਦੀ ਲੋੜ ਨਹੀਂ। ਕਿਸੇ ਦੂਜੇ ਨੂੰ ਨਾਲ ਜੋੜ ਕੇ ਛੱਛਾ ਨਹੀਂ ਬਣਨਾ, ਕਿਸੇ ਦੂਜੇ ਨੂੰ ਨਾਲ ਜੋੜ ਕੇ ਚੱਚਾ ਨਹੀਂ ਬਣਨਾ, ਕੋਈ ਭੁਲੇਖਾ ਨਹੀਂ ਛੱਡਣਾ। ਹਰ ਇੱਕ ਉਚਾਰਨ ਜਿਹੜਾ ਹੈ ਉਹ ਵੱਖਰਾ ਹੈ। ਔਰ ਫਿਰ ਵੀ ਇਹਦੇ ਕਈ ਵਾਰੀ ਭੁਲੇਖਾ ਵੀ ਪੈਣਾ ਪੈਂਦਾ, ਕਿਉਂਕਿ ਗਿਣਤੀ ਵਿੱਚ ਅੱਖਰ ਜਿਹੜੇ ਨੇ ਉਹ 40 ਨੇ, ਪਰ ਲਫ਼ਜ਼ 52 ਅੱਖਰੀ। ਇਹ ਸਾਰੀ ਗੱਲਾਂ ਸਿਰ ਤੋਂ ਗਿਣਤੀ ਵਿੱਚ ਅੱਖਰ 40, ਪਰ ਕਿਉਂਕਿ ਲਗਾ ਮਾਤਰਾ ਬਾਕੀ ਭਾਸ਼ਾਵਾਂ ਵਿੱਚ ਵਿੱਚੋਂ ਲਈਆਂ ਜਾਂਦੀਆਂ। ਹੁਣ ਜੇ ਸਿਹਾਰੀ ਦਾ ਕੰਮ ਵੀ ਲੈਣਾ ਤੇ ਆਈ ਕੋਲੋਂ ਕੰਮ ਲੈਣਾ, ਉਹ ਵੀ ਅੱਖਰ ਹੈ, ਪਰ ਉੱਥੇ ਲਗਾ ਮਾਤਰਾ ਵੀ ਕਿਉਂਕਿ ਵੱਖਰੀਆਂ ਨੇ ਅੱਖਰਾਂ ਤੋਂ, ਇਸ ਲਈ ਲਗਾ ਮਾਤਰਾ ਨੂੰ ਵੀ ਉਹਨਾਂ ਦੀ ਗਿਣਤੀ ਵਿੱਚ ਲਿਆ ਗਿਆ। ਹੁਣ ਤੁਸੀਂ ਟੋਟਲ ਗਿਣੋ 40 ਅੱਖਰ ਤੇ 12 ਲਗਾ ਮਾਤਰਾ ਮਿਲਾ ਕੇ 52 ਹੋ ਗਿਆ। 52 ਅੱਖਰ, 2 ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 52 ਅੱਖਰੀ ਆਇਆ, 2 ਵਾਰ ਪੱਟੀ ਆਇਆ। ਇਹ ਚੀਜ਼ ਸਾਬਤ ਕਰਦੀ ਹੈ ਵੀ ਸਤਿਗੁਰੂ ਵਿਦਿਅਕ ਜਿਹੜਾ ਉਸ ਵੇਲੇ ਸਬਜੈਕਟ ਬਹੁਤ ਥੋੜਾ ਸੀ, ਜਿੰਦੀ ਅਣਹੋਂਦ ਸੀ, ਲੋਕ ਬੇਲੋੜਾ ਹੀ ਸਮਝਦੇ ਸਨ। ਕਹਿੰਦੇ ਸਨ ਕੀ ਪੜ੍ਹ ਲਿਖ ਕੇ ਟਾਈਮ, ਈਵਨ ਬੱਚੀਆਂ ਨੂੰ ਧੀਆਂ ਨੂੰ ਤਾਂ ਕੋਈ ਪੜ੍ਹਨ ਭੇਜਦਾ ਹੀ ਨਹੀਂ ਸੀ। ਜੇ ਮੁੰਡਿਆਂ ਨੂੰ ਪੜ੍ਹਨ ਭੇਜਦੇ ਸਨ ਤਾਂ ਉਹਨੇ ਇੱਕ ਅੱਖਰ ਵੀ ਜਿਹੜਾ ਥੋੜਾ ਬਹੁਤਾ ਹਿਸਾਬ ਕਰਨ ਜੋਗਾ ਹੋ ਜਾਏ। ਜਦੋਂ ਬਾਅਦ ਉਹ ਵੀ ਜਿਹੜੇ ਬਾਣੀਏ ਲੋਕ ਸਨ, ਜ਼ਿਮੀਦਾਰ ਕੋਲ ਨਹੀਂ ਸੀ ਭੇਜਦਾ, ਬਾਣੀਏ ਲੋਕਾਂ ਨੂੰ ਕਿਉਂਕਿ ਹਿਸਾਬ ਕਿਤਾਬ ਕਰਨਾ ਪੈਂਦਾ ਸੀ, ਉਹ 4 ਅੱਖਰ ਭੇਜੇ, ਉਹਨੇ ਪੜ੍ਹਨ ਵਾਸਤੇ ਭੇਜਦੇ ਸਨ। ਉਸ ਸਮੇਂ ਤੇ ਗੁਰੂ ਦਾ ਵਿਦਿਅਕ ਸਬਜੈਕਟ ਨਾਲ ਇੰਨੀ ਸਾਂਝ ਪੈਦਾ ਕਰਨਾ ਗੁਰਬਾਣੀ ਵਿੱਚ, ਜਿਹੜੀ ਅਸੀਂ ਅੱਜ 500 ਵਰ੍ਹਾ ਬਾਅਦ ਜਦੋਂ ਪੜ੍ਹਨੇ ਆ ਤੇ ਹੈਰਾਨ ਹੋ ਜਾਣੇ। ਲੇਕਿਨ ਉਹਦਾ ਕਾਰਨ ਕੀ ਹੈ, ਉਹਨੂੰ ਸਮਝਾਇਆ ਕਿਵੇਂ ਹੈ। ਹੁਣ ਦੇਖੋ, ਇੱਕ ਪਾਸੇ ਪਹਿਲਾਂ ਕਹਿ ਦਿੱਤਾ ਹੈ, ਸ਼ਬਦ ਹੈ ਕਿ ਵਿਦਿਆ ਨਾ ਪੜੋ, ਬਾਅਦ ਨਹੀਂ ਜਾਣਾ। ਹਰ ਗੁਣ ਕਥਤ ਸੁਨਤ ਬਾਰਾਂ, ਮੈਂ ਵਿਦਿਆ ਨਹੀਂ ਪੜ੍ਹਨੀ। ਇਹ ਵੀ ਆਪਾਂ ਰੋਜ਼ਾਨਾ ਅਕਸਰ ਆਸਾ ਦੀ ਵਾਰ ਚ ਵੀ ਸੁਣਨੇ, ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀਏ ਸਾਥ, ਪੜ ਪੜ ਮੇਰੀ ਪਾਈ ਹੈ, ਪੜ ਪੜ ਗੱਡੀਏ ਖਾਦ, ਪੜੀਏ ਜਿੱਤੇ ਬਸ ਬਸ, ਪੜੀਏ ਜਿੱਤੇ ਬਸ, ਪੜੀਏ ਜਿੱਤੀ ਆ ਜਾ, ਪੜੀਏ ਜਿੱਤੇ ਸਾਥ। ਇਹ ਸ਼ਲੋਕ ਜਿਹੜਾ ਹੈ, ਇਹ ਬੜਾ ਕਨਫਿਊਜ਼ਨ ਪੈਦਾ ਕਰੇਗਾ ਜੇ ਅਸੀਂ ਨਹੀਂ ਸਮਝਾਂਗੇ। ਅਸੀਂ ਸੋਚਾਂਗੇ ਖੜੇ ਗੁਰੂ ਨੇ ਪੜ੍ਹਨ ਨੂੰ ਕੋਈ ਇੰਪੋਰਟੈਂਸ ਨਹੀਂ ਦਿੱਤੀ, ਕਿ ਜਿੰਨਾ ਮਰਜ਼ੀ ਪੜ੍ਹ ਲਓ, ਪੜ੍ਹਨ ਨੂੰ ਕੋਈ ਇੰਪੋਰਟੈਂਸ ਨਹੀਂ। ਹੁਣ ਕਿਹੜੀ ਅਜੀਬ ਗੱਲ ਹੈ, ਅਗਲੇ ਪਾਸੇ ਇੱਕ ਲਫ਼ਜ਼ ਦੂਜੇ ਸ਼ਬਦ ਵਿੱਚ ਕਹਿ ਦਿੱਤਾ, ਦੂਜੇ ਪੱਖ ਨੂੰ ਛੋੜਿਆ। ਇਧਰ ਕਹਿ ਦਿੱਤਾ ਵੀ ਪੜ੍ਹਨ ਦੀ ਮੈਨੂੰ ਇੰਪੋਰਟੈਂਸ ਕੋਈ ਨਹੀਂ। ਦੂਜੇ ਪਾਸੇ ਕਹਿ ਦਿੱਤਾ ਕਿ ਜਿਹੜਾ ਮਨੁੱਖ ਮਾਧੋ ਅਵਿਦਿਆ ਹਿਤ ਕੀਨ, ਅਵਿਦਿਆ ਦਾ ਮਤਲਬ ਹੁੰਦਾ ਹੈ ਅਨਪੜ੍ਹਤਾ, ਵਿਦਿਆ ਦਾ ਮਤਲਬ ਪੜ੍ਹਿਆ ਲਿਖਿਆ, ਵਿਦਿਅਕ ਬੰਦਾ। ਅਵਿਦਿਆ ਦਾ ਮਤਲਬ ਨਾ ਪੜ੍ਹਿਆ ਹੋਇਆ, ਅਨਪੜ੍ਹ। ਕਹਿਣ ਲੱਗੇ ਜਦੋਂ ਮਨੁੱਖ ਨੇ ਅਵਿਦਿਆ ਨਾਲ, ਉਧਰ ਕਿਉਂਕਿ ਵਿਦਿਆ ਨਾ ਪੜ੍ਹਨ ਦਾ ਮਸਲਾ ਸੀ, ਤੇ ਜੇ ਹੁਣ ਸਵਾਲ ਪੈਦਾ ਹੋਵੇ ਕਿ ਵਿਦਿਆ ਮਾੜੀ ਹੈ, ਵਿਦਿਆ ਨਹੀਂ ਪੜ੍ਹਨੀ ਚਾਹੀਦੀ, ਸਭ ਦਾ ਜਵਾਬ ਦਿੰਦੇ ਕਹਿੰਦੇ ਨੇ ਮਾਧੋ ਅਵਿਦਿਆ ਹਿਤ ਕੀਨ, ਜਿਨ੍ਹਾਂ ਲੋਕਾਂ ਨੇ ਅਵਿਦਿਆ ਨਾਲ, ਅਨਪੜ੍ਹਤਾ ਨਾਲ ਰਿਸ਼ਤਾ ਜੋੜ ਲਿਆ, ਹਿਤ ਪਾਇਆ, ਪਿਆਰ ਕੀਤਾ ਕਿ ਮੈਨੂੰ ਪੜ੍ਹਨ ਦੀ ਲੋੜ ਨਹੀਂ। ਮਾਧੋ ਅਵਿਦਿਆ ਹਿਤ ਕੀਨ, ਉਹਨਾਂ ਨਾਲ ਕੀ ਹੋਇਆ ਹੈ ਕਿ ਵਿਵੇਕ ਦੀਪ ਮਲੀਨ, ਜਿਹੜਾ ਗਿਆਨ ਦਾ, ਵਿਵੇਕ ਦਾ ਮਤਲਬ ਗਿਆਨ, ਜਿਹੜਾ ਗਿਆਨ ਦਾ ਦੀਵਾ ਹੁੰਦਾ, ਬੁਝ ਗਿਆ, ਪੈਦਾ ਹੋ ਗਿਆ। ਉਹਨੂੰ ਜਿਸਦਾ ਕੁਝ ਨਹੀਂ, ਉਹ ਆਪਣਾ ਭਵਿੱਖ ਨਹੀਂ ਜਾਣ ਸਕਦਾ, ਆਪਣਾ ਭਵਿੱਖ ਬਣਾ ਨਹੀਂ ਸਕਦਾ, ਸਜਾ ਨਹੀਂ ਸਕਦਾ, ਕਿਉਂਕਿ ਉਹ ਵਿਦਿਅਕ ਹੈ, ਵਿਦਿਆ ਨਹੀਂ ਪੜ੍ਹਦਾ। ਹੁਣ ਮਸਲਾ ਇਹ ਹੈ, ਇੱਕ ਪਾਸੇ ਕੀ ਜਾਂਦੇ ਨੇ ਪੜ੍ਹ ਪੜ੍ਹ ਗੱਡੀ ਲੱਗੀ ਹੈ, ਇੱਕ ਪਾਸੇ ਕਹਿੰਦੇ ਨੇ ਅਵਿਦਿਆ ਹਿਤ ਕੀਨ, ਵਿਵੇਕ ਦੀਪ ਮਲੀਨ। ਪੁੱਛਣਾ ਪਏਗਾ, ਸਮਝਾਓ। ਕਹਿਣ ਲੱਗੇ ਮੈਂ ਵਿਦਿਆ ਦੇ ਅਗੇਂਸਟ ਨਹੀਂ, ਵਿਦਿਆ ਦੇ ਅਗੇਂਸਟ ਹੁੰਦਾ ਮੈਂ ਪੱਟੀਆਂ ਨਾ ਲਿਖਦਾ, ਮੈਂ ਲਿਖਣੀਆਂ ਨਾ ਲਿਖਦਾ। ਮੈਂ ਤਾਂ ਇਹ ਸਮਝਾਉਣਾ ਚਾਹਨਾ ਵੀ ਵਿਦਿਆ ਦਾ ਮਤਲਬ ਕੀ ਹੈ। ਅੱਜ ਸਾਨੂੰ ਆਪਣੇ ਬੱਚਿਆਂ ਨੂੰ ਸਮੇਤ ਹਰਸਿਮਰ ਸਿੰਘ ਦੇ ਇਹ ਸਮਝਾਉਣ ਦੀ ਲੋੜ ਹੈ ਕਿ ਗੁਰਮਤਿ ਅਨੁਸਾਰ ਵਿਦਿਆ ਦਾ ਮਕਸਦ ਕੀ ਹੈ।
सतगुरु ने कहा गुर प्रसादी विद्या विचारे पढ़ पढ़ पावे मान। कि गुरु की रहमत सदका गुरु की अगवाई विच श्री गुरु ग्रंथ साहब को पुछ के विद्या की विचार करे भी विद्या किस लिए पढ़ी जानी है, विद्या है कि जे तुसी उस विद्या नूं केवल रोटी का साधन बनाया तो यह भी कह दिता अपनी जुबान तो कह लगे मनमुख विद्या बिकरदा बिक खट्टे बिकरदा का मतलब बिक्री करदा बेचदा। हुण अनेका सब्जैक्ट अनेका ऐसे किस्म के रस्ते ने पढ़ाई विच जिहड़े केवल मनुख इसलिए चुनता है भी इहदे आमदन बड़ी है जी, इहदे पैसा बड़ा है, इहदी लोगों नूं गुरु कहते हैं जिस वेले तू विद्या नूं इस काज लई लाउणा है भी इहदे विच पैसा बड़ा कमावांगा तां इहदा मतलब तू उस विद्या नूं वेच रहा है। वेचण वाले दे मन विच हुंदा मैं ज़्यादा मुल खरीदा। कहण लगे मनमुख विद्या विकरदा, जिहड़ा मनमुख है गुरु नाल जुड़िया होया नहीं, गुर प्रसादी विद्या विचारे नहीं, वो मनमुख जिहड़ा विद्या विकरदा है, बिक्री करदा। इत्थों तक कहता है कि माया कारण विद्या वेचे जन्म अबिरथा जाए। कहण लगे जिहड़ा केवल दौलत की खातर, देखो आपां देखने लाभ विच ही लै लो, वकील एक ने कतल किया है, एक कतल करके जिंदा कतल होया है वो अंदरों दिख गया उन्होंने सजा दवाना चाहता। हुण वकील दोवां ने कीते हुए ने, उन्हें भी किया है, उन्हें भी किया, वो उनके गुनाहां नूं छुपा रहा है, वो उनके गुनाहां नूं प्रगटा रहा है। अगे दोनों पासे वकील ने, पर दोवां पासे वकील क्यों आए ने? क्योंकि उन्होंने ये मकसद नहीं इन्हां विचों सच किहड़ा है, वजीकी किहदे नाल होई है, अन्याय है, उन्होंने तो मतलब मैनूं फीस कित्थों मिली इसका है। गुरु ने कहता है यह है विद्या बेचनी, ते जे तुसी किसी दी दुखी दी जिंदे नाल अन्याय होया है, बेइंसाफी हुई है, उनकी मदद लई खड़े होए हो तां विद्या बिक्री ना हुई, विद्या का कारण बने। गुरु साहब ने ऐसे भी कह दिता गुर प्रसादी विद्या विचारे पढ़ पढ़ पावे मान। जिहड़ा गुरमत अनुसार विद्या की वरतों करता है, ये पढ़ता है, उन्होंने मान संसार में मिलता है। क्यों? क्योंकि आपा मध्य आप प्रगास्या, मनुख ने अपने अंदरों अपने आप को देखना है, अपने अंदरों अपने आप को देखना कि तू कौन है, किस वास्ते पढ़े है, तेरा मकसद की है, तेरे जीवन दी जिम्मेवारियां की है, ये सब कुछ पछाणना पढ़ाई नाल है। जिन्होंने जिहड़े पढ़े लिखे नहीं या बिल्कुल विद्या तो हीन ने, वो तो ये भी नहीं बता सकते। कह लगे आपा मध्य आप प्रगास्या पाया, कह लगे इसलिए मैं समझाना ये चाहना कि जिहड़े लोग विद्या पढ़ते हैं उन्होंने विद्या छड्डनी नहीं, विद्या त्यागनी नहीं। विद्या की जीवन में बड़ी इंपॉर्टेंस है, अज के युग अंदर तो बहुत ज्यादा है। पर कह लगे सिर्फ फर्क इन्ना है, विद्या विचारी का परोपकारी, उन्हें उस विद्या विचों समाज लई कुछ सोचना, मनुखता लई कुछ सोचना, देश लई, कौम लई, परिवार लई, सब चीज दे हिस्से अपनी उस विद्या दी सेवावां वंड देनियां ने। वो फिर विद्या जिहड़ी है वो गुरमत बन जाती है, गुरु की अगवाई बन जाती है। फिर वो विद्या जिहड़ी है श्री गुरु ग्रंथ साहिब विच अपना ठिकाना भी बनाउंदी है, भावें वो पट्टी के रूप में आवे, भावें बावन अखरी के रूप में आवे। इसलिए गुरु नाल जोड़ के गुरु की अगवाई विच विद्या नूं सोधना है। गुरबाणी विच तो कहे विद्या सोधे तत लहे। मैं हैरान होया भी मनुख तो समझदा भी विद्या मैनू सोधदी, ये तो मैं सोधे आया नहीं जो विद्या नहीं था। तो गुरु साहब कहते नहीं, विद्या भी सोधना पैदा, विद्या सोधे तत ले। तत विद्या विचों उहनूं मिलदा है जिहड़ा विद्या भी सोधदा है, ते वो जिहड़ा विद्या सोधदा है वो गुरु है। इत्थे आके पुछना है जी मेरी आ विद्या है, इहदे की जिम्मेवारियां ने, इहदे की फर्ज ने, ताकि मैं इस बख्शी हुई तेरी विद्या नूं सकार्थ कर सकां। इन्हां लफ्ज़ां नाल वाहिगुरू जी का खालसा, वाहिगुरू जी की फतेह।
ਚਲੋ ਪੁੱਛੋ ਕਰੀਏ। ਹਾਂਜੀ ਗੁਰਪਿਆਰਿਓ, ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਨਵੀਂ ਪਨੀਰੀ ਨੂੰ ਬਾਣੀ ਬਾਣੇ ਦੇ ਧਾਰਨੀ ਬਣਾਈਏ, ਗੁਰਮੁਖੀ ਲਿਪੀ ਨਾਲ ਜੋੜ ਕੇ ਰੱਖੀਏ, ਆਪਣੀ ਮਾਂ ਬੋਲੀ ਨਾਲ ਜੋੜ ਕੇ ਰੱਖੀਏ, ਕਿਉਂਕਿ ਅੱਜ ਬਹੁਤ ਸੋਚੀਆਂ ਸਮਝੀਆਂ ਸਾਜ਼ਿਸ਼ਾਂ ਦੇ ਤਹਿਤ ਕੌਮ ਵਿੱਚ ਪਾੜ ਪਾਏ ਜਾ ਰਹੇ ਨੇ। ਗੁਰਮੁਖੀ ਲਿਪੀ ਤੋਂ ਨੌਜਵਾਨੀ ਨੂੰ ਤੋੜਿਆ ਜਾ ਰਿਹਾ ਹੈ, ਗੁਰਮਤ ਤੋਂ ਦੂਰ ਕੀਤਾ ਜਾ ਰਿਹਾ ਹੈ, ਮਨਮਤ ਪ੍ਰਚਾਰੀ ਜਾ ਰਹੀ ਹੈ। ਇਸ ਲਈ ਹਰ ਸੂਝਵਾਨ ਸੁਚੇਤ ਸਿੱਖ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਸਿੱਖ ਇਤਿਹਾਸ ਨਾਲ ਜੋੜ ਕੇ ਰੱਖੀਏ, ਆਪਣੀ ਮਾਂ ਬੋਲੀ ਨਾਲ ਜੋੜ ਕੇ ਰੱਖੀਏ, ਤਾਂ ਜੋ ਕੱਲ ਨੂੰ ਸਾਡੇ ਬੱਚੇ ਕਦੇ ਗੁਰਾਹੇ ਨਾ ਪੈਣ, ਸਾਨੂੰ ਇਹ ਅਫਸੋਸ ਨਾ ਹੋਵੇ ਕਿ ਸਾਡੇ ਬੱਚੇ ਕਿਉਂ ਗੁਰਮੁਖੀ ਦਾ ਗਿਆਨ ਨਹੀਂ ਰੱਖਦੇ। ਉਮੀਦ ਕਰਦੇ ਹਾਂ ਤੁਸੀਂ ਵੀ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖੋਗੇ। ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ। ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।